ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਪ੍ਰਕਰਣ ਵਿੱਚ ਆਪਾਂ ਨੇ ਦਸਮ ਦੁਆਰ ਦੇ ਬਾਰੇ ਵਿੱਚ ਗੱਲਾਂ ਸਮਝੀਆਂ। ਇਸ ਪ੍ਰਕਰਣ ਵਿੱਚ ਆਪਾਂ ਹੁਣ ਕੁਝ ਦਸਮ ਦੁਆਰ ਦੇ ਬਾਰੇ ਵਿੱਚ ਐਨਾਟੋਮਿਕਲ ਡਿਟੇਲਸ ਸੁਣਾਂਗੇ। ਇਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਹੈਗਾ, ਬੈਣੀ ਜੀ ਦੀ ਜਿਹੜੀ ਭਗਤ ਬੈਣੀ ਜੀ ਹੋਏ ਨੇ, ਉਹਨਾਂ ਨੇ ਕੀ ਲਿਖਿਆ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 974 ਵਿੱਚ ਦਰਜ ਹੈਗੀ, ਜਿਹੜੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਦਰਜ ਕੀਤਾ ਹੈ। ਭਗਤ ਬੈਣੀ ਜੀ ਦੀ ਜ਼ਿਆਦਾ ਬਾਣੀ ਨਹੀਂ ਹੈ, ਕਿੰਤੂ ਇਹ ਜਿਹੜਾ ਹੈਗਾ ਸ਼ਲੋਕ ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਹੈ। ਇਹ ਜਿਹੜਾ ਸ਼ਲੋਕ ਹੈ ਦੱਸਦਾ ਹੈ ਕਿ ਅਲਟੀਮੇਟ ਨਾਲ ਬੈਣੀ ਜੀ ਨੇ ਕਿਸ ਤਰ੍ਹਾਂ ਜੁੜੇ ਤੇ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਤੇ ਦਸਮ ਦੁਆਰ ਵਿੱਚ ਕੀ ਕੀ ਹੁੰਦਾ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੇ ਇਸ ਸ਼ਲੋਕ ਵਿੱਚ ਲਿਖੀਆਂ ਨੇ ਤੇ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਸ ਨੂੰ ਇਨਕਾਰਪੋਰੇਟ ਕਰਕੇ ਸਾਡੇ ਵਾਸਤੇ, ਤਾਂ ਕਿ ਸਿੱਖ ਜਿਹੜੇ ਨੇ ਸਮਝ ਸਕਣ ਦਸਮ ਦੁਆਰ ਦੇ ਬਾਰੇ ਵਿੱਚ ਜ਼ਿਆਦਾ ਤੋਂ ਜ਼ਿਆਦਾ। ਹੁਣ ਬੈਣੀ ਜੀ ਕੀ ਦੱਸਦੇ ਨੇ, ਇਹ ਆਪਾਂ ਧਿਆਨ ਨਾਲ ਸੁਣੀਏ, ਸਮਝੀਏ ਤੇ ਇਹਦਾ ਲਾਹਾ ਖਟੀਏ ਤੇ ਦਸਮ ਦੁਆਰ ਨੂੰ ਆਪਾਂ ਕਿਸ ਤਰ੍ਹਾਂ ਫਿਰ ਟੱਚ ਕਰਨਾ, ਉਸ ਪੂਰੀ ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਈੜਾ ਪਿੰਗਲਾ ਔਰ ਸੁਖ ਮਨਾ, तीन बसै एक ठाई, बैणी संगम तहां पिराग मन मजन करे तिथाई। बैणी जी दसदे ने ईड़ा, पिंगला ते सुखमना, ਇਹ ਤਰੇ ਕਿਸਮ ਦੀ ਨਾੜੀਆਂ ਹਨ ਜਿਨ੍ਹਾਂ ਦਾ ਇੱਕ ਮੀਟਿੰਗ ਪੁਆਇੰਟ ਹੈਗਾ, ਇੰਟਰਸੈਕਟਿੰਗ ਪੁਆਇੰਟ ਹੈ, ਜਾਂ ਤਰੇਵੇ ਨਾੜੀਆਂ ਜਿੱਥੇ ਇੱਕ ਜਗ੍ਹਾ ਤੇ ਮਿਲਦੀਆਂ ਹਨ। ਉਸ ਨੂੰ ਬੈਣੀ ਜੀ ਨੇ ਦੱਸਿਆ ਹੈ ਕਿ ਬੈਣੀ ਸੰਗਮ। ਹੋਰ ਗ੍ਰੰਥਾਂ ਵਿੱਚ ਵੀ ਇਸ ਦਾ ਉਲੇਖ ਆਇਆ ਹੈ। ਇਸ ਨੂੰ ਤ੍ਰਿਕੁਟੀ ਵੀ ਆਖਦੇ ਨੇ। ਇਸੇ ਜਗ੍ਹਾ ਤੇ ਹਿੰਦੂ ਮਨੁੱਖ ਜਿਹੜੇ ਹਨ ਉਹ ਲੋਕ ਇਸ ਜਗ੍ਹਾ ਤੇ ਤਿਲਕ ਲਗਾਉਂਦੇ ਨੇ ਜਾਂ ਟੀਕਾ ਲਗਾਉਂਦੇ ਨੇ। ਉਹੀ ਸਥਾਨ ਦੇ ਪਿੱਛੇ ਸਕਲਪ ਦੇ ਅੰਦਰ ਵਿੱਚ ਜਿਹੜਾ ਹੈ ਉਹ ਜਗ੍ਹਾ ਹੈਗੀ, ਉਹ ਮੀਟਿੰਗ ਪੁਆਇੰਟ ਹੈਗਾ। ਉੱਥੇ ਬੈਣੀ ਜੀ ਲਿਖਦੇ ਨੇ ਕਿ ਮਨ ਜਿਹੜਾ ਹੈ ਮਨੁੱਖ ਦਾ ਉਸ ਜਗ੍ਹਾ ਤੇ ਪਿਰਾਗ ਕਰਦਾ, ਅਰਥਾਤ ਖੇਡਦਾ ਰਹਿੰਦਾ ਹੈ। ਹਮੇਸ਼ਾ ਮਨ ਜਿਹੜਾ ਉਸ ਜਗ੍ਹਾ ਤੇ ਪਿਰਾਗ ਕਰਦਾ ਹੈਗਾ। ਅਗਲੀ ਲਾਈਨ ਵਿੱਚ ਦੱਸਦੇ ਨੇ ਬੈਣੀ ਜੀ, ਸੰਤੋਂ ਤਹਾਂ ਨਿਰੰਜਨ ਰਾਮ ਹੈ। ਇਹ ਸੰਤ ਜਨੋ ਉਸੇ ਜਗ੍ਹਾ ਤੇ ਨਿਰੰਜਨ ਰਾਮ ਜਿਹੜਾ ਹੈਗਾ ਉਹ ਵਸਦਾ ਹੈਗਾ। ਗੁਰਗਮ ਚੀਨੇ ਵਿਰਲਾ ਕੋਈ, ਕੋਈ ਵਿਅਕਤੀ ਵਿਰਲਾ, ਰੇਅਰ ਮਨੁੱਖ ਉਸ ਚੀਜ਼ ਨੂੰ ਸਮਝ ਪਾਉਂਦਾ ਹੈ ਜਾਂ ਚੀਨ ਜਾਂਦਾ ਹੈ ਜਾਂ ਉਸ ਨੂੰ ਸਮਝਦਾ ਹੈਗਾ। ਤਹਾਂ ਨਿਰੰਜਨ ਰਾਮਈਆ ਹੋਏ, ਉਸ ਜਗ੍ਹਾ ਤੇ ਨਿਰੰਜਨ ਰਾਮ ਜਿਹੜਾ ਹੈਗਾ ਹੁੰਦਾ ਹੈ। ਦੇਵ ਅਸਥਾਨੇ ਕਿਆ ਨਿਸ਼ਾਨੀ, ਦੇਵ ਅਸਥਾਨ ਦੀ ਕੀ ਨਿਸ਼ਾਨੀ ਹੈਗੀ। ਇਹ ਉਹਨਾਂ ਨੇ ਕੁਐਸਚਨ ਮਾਰਕ ਕਰ ਦਿੱਤਾ ਹੈ ਕਿ ਦੇਵ ਅਸਥਾਨ ਦੀ ਕੀ ਨਿਸ਼ਾਨੀ ਹੈ। ਫਿਰ ਅਗਲੀ ਲਾਈਨ ਵਿੱਚ ਹੀ ਬੈਣੀ ਜੀ ਇਸ ਦਾ ਜਵਾਬ ਵੀ ਦੇ ਦਿੰਦੇ ਨੇ, ਤਹ ਬਾਜੇ ਸ਼ਬਦ ਅਨਾਹਦ ਬਾਣੀ। ਉਸ ਜਗ੍ਹਾ ਤੇ ਅਨਾਹਦ ਸ਼ਬਦ ਜਿਹੜਾ ਹੈਗਾ, ਨਾਨ ਆਡੀਏਬਲ ਸ਼ਬਦ ਜਿਹੜਾ ਹੈਗਾ ਉਹ ਵਸਦਾ ਹੈ ਜਾਂ ਵੱਜਦਾ ਹੈਗਾ, ਜਾਂ ਉਹ ਉੱਥੇ ਪ੍ਰੈਜ਼ੈਂਟ ਹੈ। ਤਹਾਂ ਚੰਦ ਨਾ ਸੂਰਜ ਨਾ ਪੌਣ ਨਾ ਪਾਣੀ, ਨਾ ਉੱਥੇ ਚੰਦਰਮਾ ਦਾ ਕੋਈ ਹੈਗਾ ਪ੍ਰਭਾਵ, ਨਾ ਸੂਰਜ ਦਾ ਪ੍ਰਭਾਵ ਹੈ, ਨਾ ਪਾਣੀ ਦਾ ਪ੍ਰਭਾਵ ਹੈ, ਨਾ ਹਵਾ ਦਾ ਪ੍ਰਭਾਵ ਹੈ। ਬਾਹਰਲੀ ਜਿਤਨੀ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਦਾ ਕੋਈ ਪ੍ਰਭਾਵ ਉਸ ਜਗ੍ਹਾ ਤੇ ਨਹੀਂ ਹੈ। ਫਿਰ ਕਿਸ ਚੀਜ਼ ਦਾ ਪ੍ਰਭਾਵ ਹੈ? ਬੈਣੀ ਜੀ ਅਗਲੀ ਲਾਈਨ ਵਿੱਚ ਦੱਸਦੇ ਨੇ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੇ ਗਿਆਨ ਦੁਰਮਤ ਛੀਜੇ। ਉਸ ਜਗ੍ਹਾ ਤੇ ਸਾਖੀ ਜਿਹੜੀ ਹੈ ਉਹ ਜਾਗਦੀ ਹੈ। ਹੁਣ ਸਾਖੀ ਦਾ ਕੀ ਮਤਲਬ ਹੈ? ਸਾਖੀ ਦਾ ਮਤਲਬ ਹੈ
ਉਹ ਜਿਹੜੀ ਪਾਵਰ ਹੈਗੀ ਵਿਟਨੈਸਿੰਗ, ਉਹੀ ਸਾਰਾ ਜਿਹੜਾ ਹੈਗਾ ਖੇਡ ਹੈਗਾ। ਉਹ ਇੱਕ ਕਿਸਮ ਦੀ ਸੌਫਟਵੇਅਰ ਹੈ। ਜਿਸ ਤਰ੍ਹਾਂ ਕੰਪਿਊਟਰ ਦੇ ਅੰਦਰ ਸੌਫਟਵੇਅਰ ਵਰਕ ਕਰਦੀ ਹੈ, ਉਸੇ ਤਰ੍ਹਾਂ ਉਹ ਵਰਕ ਕਰਦੀ ਹੈ। ਔਰ ਸਾਰੀ ਚੀਜ਼ਾਂ ਜਿਹੜੀ ਹੈ ਵਿਟਨੈਸ ਕਰਦੀ ਹੈ, ਸਾਰੀ ਚੀਜ਼ਾਂ ਮਾਈਂਡ ਦੀ ਕੰਟਰੋਲ ਕਰਦੀ ਹੈ, ਤੇ ਹੋਰ ਵੀ ਸਾਰੇ ਜਿਹੜੇ ਕੰਮ ਹੈਗੇ ਨੇ ਉਹ ਸ਼ਕਤੀ ਕਰਦੀ ਹੈ। ਉਸੇ ਨੂੰ ਇੱਥੇ ਜਿਹੜਾ ਨਾ ਸਾਖੀ ਆਖਿਆ ਗਿਆ ਹੈ। ਤੇ ਸਾਖੀ ਜਿਹੜਾ ਸਮਝ ਜੇ ਆਪਾਂ ਸਾਖੀ ਨੂੰ ਸਮਝ ਗਏ ਤੇ ਸਮਝੋ ਸਾਰੀ ਖੇਡ ਨੂੰ ਸਮਝ ਜਾਵਾਂਗੇ। ਸ਼ਬਦ ਵੀ ਹੈ, ਸਾਖੀ ਵੀ ਹੈ। ਸਾਖੀ ਜਿਹੜੀ ਹੈ ਸੁਰਤ ਵੀ ਆਖ ਸਕਦੇ ਨੇ ਉਸ ਨੂੰ। ਉਹ ਸ਼ਬਦ ਜਿਹੜਾ ਪਰਮਾਤਮਾ ਦਾ ਰੂਪ ਹੈ। ਇਸੇ ਸਾਖੀ ਨੂੰ ਸੁਰਤ ਵਿੱਚ ਜੋੜਨਾ ਪੈਂਦਾ, ਸੁਰਤ ਨੂੰ ਜਿਹੜਾ ਹੈ ਸ਼ਬਦ ਵਿੱਚ ਜੋੜਨਾ ਪੈਂਦਾ। ਇਹ ਜਿਹੜੀ ਸਾਖੀ ਹੈ ਸੁਰਤ ਦਾ ਕੰਮ ਕਰਦੀ ਹੈ, ਔਰ ਸ਼ਬਦ ਜਿਹੜਾ ਹੈਗਾ ਉਹ ਪਰਮਾਤਮਾ ਦਾ ਰੂਪ ਰਹਿੰਦਾ ਹੈਗਾ। ਇਹ ਦੋਹਾਂ ਨੂੰ ਮਿਲਾਣਾ ਹੀ ਯੋਗ ਦਾ ਕੰਮ ਹੁੰਦਾ ਹੈ। ਇਹ ਸਾਰਾ ਖੇਡ ਜਿਹੜਾ ਹੈ ਦਸਮ ਦੁਆਰ ਦੇ ਅੰਦਰ ਹੁੰਦਾ ਹੈਗਾ। ਉਪਜੇ ਗਿਆਨ ਦੁਰਮਤ ਛੀਜੇ, ਉਸ ਜਗ੍ਹਾ ਤੇ ਗਿਆਨ ਉਪਜਦਾ ਹੈਗਾ, ਤੇ ਦੁਰਮਤ ਜਿਹੜੀ ਗੰਦੀ ਮਤ ਹੈ ਉਹ ਛਿਜ ਜਾਂਦੀ ਹੈ, ਡਿਟੋਰੀਏਟ ਹੋ ਜਾਂਦੀ ਹੈ ਦੁਰਮਤ। ਔਰ ਗਿਆਨ ਦੀ ਜਿਹੜੀ ਖੇਤੀ ਹੈ ਉਸ ਜਗ੍ਹਾ ਤੇ ਹੁੰਦੀ ਹੈਗੀ। ਇਸ ਕਲਾ ਜੋ ਜਾਣੇ ਭਿਓ, ਇਸ ਕਲਾ ਦਾ ਜਿਹੜਾ ਮਨੁੱਖ ਭੇਦ ਸਮਝ ਜਾਂਦਾ ਹੈ, ਔਰ ਇਹ ਭੇਦ ਕੌਣ ਸਮਝਾਉਂਦਾ ਹੈ? ਇਹ ਭੇਦ ਸਮਝਾਉਂਦਾ ਹੈ ਗੁਰੂ, ਸਤਿਗੁਰੂ। ਸੱਚੀ ਟੈਕਨੀਕ ਨਾਲ ਇਹ ਭੇਦ ਸਮਝ ਆਉਂਦਾ ਹੈਗਾ, ਔਰ ਸਤਿਗੁਰੂ ਸੱਚੀ ਟੈਕਨੀਕ ਜਿਹੜੀ ਹੈ ਉਹ ਇਸ ਨੂੰ ਸਮਝਾਉਂਦੀ ਹੈ ਮਨੁੱਖ ਨੂੰ। ਇਸ ਕਲਾ ਜੋ ਜਾਣੇ ਭਿਓ, ਪੇਟੇ ਤਾਸ ਪਰਮ ਗੁਰਦੇਵ। ਇਸ ਕਲਾ ਦਾ ਜਿਸ ਨੂੰ ਭੇਦ ਆ ਜਾਂਦਾ ਹੈ, ਸਮਝ ਆ ਜਾਂਦਾ ਹੈ, ਉਹ ਪਰਮ ਗੁਰਦੇਵ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਦੇ ਨਾਲ ਉਹਦੀ ਮੀਟਿੰਗ ਹੋ ਜਾਂਦੀ ਹੈ, ਉਸ ਨੂੰ ਸਮਝ ਆ ਜਾਂਦੀ ਹੈ। परम गुरुदेव अर्थात परम पुरुष परमात्मा। दसम द्वारा अगम अपारा परम पुरुष की काटी। दसम जेड़ा द्वार हैगा वो परम पुरुष दी काटी हैगी। परम पुरुष दे रहन दा स्थान ओही हैगा, दसम द्वार विच ही परम पुरुष वसदा हैगा। ऊपर हाट, हाट पर आला, आले भीतर थाती। ऊपर दसम द्वार तो थोड़ा उत्ते एक हवो हैगा हाट, हाट दे उत्ते फिर एक आला हैगा, आले दे अंदर एक थां हैगी। जिस तरह अलमारी विच थां हुंदी है, आला हुंदा है, शेल्फ नूं आला आख्या इत्थे। गल नूं सिर्फ इतना ही समझना है कि दसम द्वार दे थोड़ा उत्ते जाके ओदी थां जिहड़ी हैगी वो बनी हुई हैगी। जागत रहे कभू न सोवे। उत्थे जिहड़ा शब्द है या परमात्मा हैगा सदैव जागदा रहिंदा है, कदे सोंदा नहीं है। मनुख भावे सोवे या जागे, मनुख दी दो अवस्था हैं, लेकिन वो जिहड़ा है इक्को अवस्था विच कायम है। वो जागृत अवस्था विच हमेशा परमात्मा उस जगह ते निवास करदा हैगा। तीन त्रिलोक समाध पलोवे। तीन जिहड़ी हैगी ने त्रिलोक दी ओदे विच समाधि लगा के पलो के उत्थे विराजमान हैं सतगुरु जी परमात्मा जी। बीज मंत्र लै हिरदे रहे। लेकिन सतगुरु जिहड़ा मंत्र हैगा वो सानू अपने हिरदे विच बीजना पैंदा है। जद असी सतगुरु दा या वाहिगुरु वाहिगुरु दा मंत्र अपने हिरदे विच बीज लैंदे हां तां जिहड़ी है ये घटनावां अपने आप घटन लगदियां ने दसम द्वार दे अंदर। हिरदे और दसम द्वार दे विच भी एक बनिया होया है टेक्निक, जिहड़े कि सिग्नल इथों उत्थे उत्थों इत्थे ट्रांसफर होंदे रहिंदे ने। मनवा उलट मह सुन में गहे। जद असी दसम द्वार नूं ओ कर लैंदे हां ते दसम द्वार दे अंदर मन जिहड़ा उल्टा होके विपरीत होके सुन अवस्था विच आ जांदा है। सुन मतलब जिस तरह डॉक्टर लोग सुन कर देंदे ने जगह नूं, उसे तरह मन भी जिहड़ा सुन हो जांदा है, शिथिल हो जांदा है, ते जिहड़ा हैगा दुनियावी जिहड़ी उसनूं इंद्रियां नाल जोड़ है वो हट जाता है, लेकिन अवेयरनेस बरकरार रहिंदी है मन दी। जागत रहे ना अलैया भाखे। हमेशा जिहड़ा है जागदी रहिंदी, वो साखी जिहड़ी है जागदी रहिंदी है मन दे अंदर। और अलैया अलैया फिर पाखण दी लोड़ भी नहीं पैंदी। जिहड़ा मूंह तो जपदे आ
ਉਹ ਅੰਦਰ ਹੀ ਅੰਦਰ ਅਜਪਾ ਜਾਪ ਵਿੱਚ ਕਨਵਰਟ ਹੋ ਜਾਂਦਾ ਹੈ ਉਸ ਅਵਸਥਾ ਵਿੱਚ, ਜਿਸ ਅਵਸਥਾ ਦਾ ਬੈਣੀ ਜੀ ਸਾਨੂੰ ਦੱਸ ਰਹੇ ਨੇ। ਦਸਮ ਦੁਆਰ ਵਿੱਚ ਜਿਸ ਅਵਸਥਾ ਵਿੱਚ ਪਰਮਾਤਮਾ ਦਾ ਐਕਸਪੀਰੀਅੰਸ ਉਹਨਾਂ ਨੇ ਲਿਆ ਹੈ, ਉਹ ਅਵਸਥਾ ਸਾਨੂੰ ਇੱਥੇ ਵਿਖਿਆਨ ਕਰ ਰਹੇ ਨੇ। ਜਾਗਤ ਰਹੇ ਨ ਅਲਈਆ ਪਾਖੇ, ਪਾਂਚੋ ਇੰਦਰੀ ਬਸਕਰ ਰਾਖੇ। ਪੰਜੇ ਜਿਹੜੀ ਇੰਦਰੀਆਂ ਨੇ ਉਹ ਮਨ ਦੇ ਵਸ ਵਿੱਚ ਆ ਜਾਂਦੀਆਂ ਨੇ। ਗੁਰ ਕੀ ਸਾਖੀ ਰਾਖੇ ਚੀਤ, ਗੁਰੂ ਦੀ ਜਿਹੜੀ ਸਾਖੀ ਹੈ, ਵਿਟਨੈਸਿੰਗ ਪਾਵਰ ਹੈਗੀ, ਉਸ ਨੂੰ ਮਨ ਦੇ ਅੰਦਰ ਹੀ ਰੱਖਣਾ ਪੈਂਦਾ ਹੈ। ਮੰਤਰ ਅਰਪੇ ਕਿਸਨ ਪਰੀ, ਮਨ ਤੇ ਤਨ ਨੂੰ ਜਿਹੜਾ ਹੈਗਾ ਪਰਮਾਤਮਾ ਦੇ ਪ੍ਰੇਮ ਨਾਲ ਜੋੜ ਲੈਣਾ ਪੈਂਦਾ ਹੈਗਾ। ਕਰ ਪਲਾਵਾ ਸਾਖਾ ਵਿਚਾਰੇ, ਇਤਨੀ ਜਿਹੜੀ ਘਟਨਾ ਜਦ ਹੋ ਜਾਂਦੀਆਂ ਨੇ ਤਾਂ ਜਿਹੜਾ ਹੈ ਮਨ ਨੂੰ ਸਾਖੇ ਦਾ ਵਿਚਾਰ ਕਰਨਾ ਪੈਂਦਾ ਹੈ ਤੇ ਕਰਦਾ ਰਹਿੰਦਾ ਹੈ। ਆਪਣਾ ਜਨਮ ਨਾ ਜੂਏ ਹਾਰੇ, ਇਹ ਕਿਸ ਚੀਜ਼ ਦਾ ਵਿਚਾਰ ਕਰਨਾ ਹੈਗਾ? ਅਗਲੀ ਲਾਈਨ ਵਿੱਚ ਦੱਸਦੇ ਨੇ ਕਿ ਆਪਣਾ ਜਿਹੜਾ ਜਨਮ ਹੈ, ਮਨੁੱਖ ਕਿਤੇ ਜੂਏ ਵਿੱਚ ਹਾਰ ਨਾ ਜਾਵੇ, ਅੰਦਰ ਜਿਹੜੀ ਅਨਮੋਲ ਚੀਜ਼ਾਂ ਪਈਆਂ ਨੇ ਉਸ ਨੂੰ ਪ੍ਰਾਪਤ ਕਰਨ ਵਿੱਚ ਲਗਾਵੇ। ਅਸੁਰ ਨਦੀ ਕਾ ਬਾਂਧੇ ਮੂਲ, ਜਿਹੜੀ ਅਸੁਰ ਨਦੀ ਹੈਗੀ ਉਹਦਾ ਮੁੱਲ ਨੂੰ ਬੰਧਣਾ ਪੈਂਦਾ ਹੈ, ਉਸ ਨੂੰ ਤੋੜ ਤੋਂ ਹੀ ਜਿਹੜਾ ਹੈਗਾ ਓਰੀਜਨ ਤੋਂ ਹੀ ਉਸ ਨੂੰ ਬੰਦ ਕੇ ਰੱਖਣਾ ਪੈਂਦਾ ਹੈ। ਪੱਛਮ ਫੇਰ ਚੜਾਵੇ ਸੂਰ, ਜਿਹੜਾ ਦੂਜਾ ਪਾਸਾ ਹੈਗਾ ਵਿਪਰੀਤ ਪਾਸਾ, ਉਸ ਦੇ ਉੱਤੇ ਫਿਰ ਜਿਹੜਾ ਹੈ ਰੱਬ ਦਾ ਨਾਂ ਚੜਾਉਣਾ ਪੈਂਦਾ ਤਾਂ ਕਿ ਸਾਨੂੰ ਸ਼ਬਦ ਸਮਝ ਵਿੱਚ ਆ ਸਕੇ, ਸਮਝ ਵਿੱਚ ਅਸੀਂ ਜੁੜ ਸਕੀਏ। ਅਜਰ ਜਰੇ ਸੋ ਨਿਝਰ ਝਰੇ, ਫਿਰ ਜਿਹੜਾ ਨਹੀਂ ਝੜਨ ਵਾਲਾ ਵੀ ਹੈ ਉਹ ਮਨੁੱਖ ਦੇ ਜਿਹੜੇ ਸੈੱਲ ਹੈਗੇ ਨੇ, ਨਿਊਰੋ ਸੈੱਲ, ਉਹਦੇ ਅੰਦਰ ਵਿੱਚ ਘਟਨਾ ਵਾਪਰਨੀਆਂ ਲੱਗਦੀਆਂ ਨੇ ਤੇ ਉਹ ਜਿਹੜਾ ਅੰਮ੍ਰਿਤ ਦੀ ਵਰਖਾ ਹੈ ਉਸ ਨੂੰ ਮਹਿਸੂਸ ਹੋਣ ਲੱਗਦਾ ਹੈ। ਜਗਨਨਾਥ ਸਿਓ ਗੋਸ਼ਟ ਕਰੇ, ਉਸ ਤੋਂ ਉਪਰੰਤ ਜਗਨਨਾਥ ਅਰਥਾਤ ਪਰਮਾਤਮਾ ਨਾਲ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ। ਗੋਸ਼ਟ ਯਾਨੀ ਕਾਨਫਰੰਸ, ਕਾਨਫਰੰਸ ਯਾਨੀ ਦੋਹਾਂ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਚੌਮੁਖ ਦੀਵਾ ਜੋਤ ਦੁਆਰ, ਚੌਮੁਖਾ ਜਿਹੜਾ ਦੀਵਾ ਹੈ